9ਵੀਂ ਕਲਾਸ ਦੇ ਪਿਆਰੇ ਵਿਦਿਆਰਥੀਓ, ਅਸੀਂ ਧਨੀ ਰਾਮ ਚਾਤ੍ਰਿਕ ਦੀਆਂ ਕਵਿਤਾਵਾਂ ਸ਼ੁਰੂ ਕੀਤੀਆਂ ਸਨ, ਜਿਸ ਵਿੱਚੋਂ ਅਸੀਂ ਉਹਨਾਂ ਦੀ ਪਹਿਲੀ ਕਵਿਤਾ ਵਹਿੰਦਾ ਜਾਏ ਕੀਤੀ ਸੀ। ਆਓ ਅੱਜ ਅਸੀਂ ਉਹਨਾਂ ਦੀ ਤੁਹਾਡੇ ਸਿਲੇਬਸ ਵਿੱਚ ਦਿੱਤੀ ਦੂਸਰੀ ਕਵਿਤਾ ਵਿਸਾਖੀ ਦਾ ਮੇਲਾ, ਜੋ ਕਿ ਬਹੁਤ ਹੀ ਸੋਹਣੀ ਅਤੇ ਮਸ਼ਹੂਰ ਕਵਿਤਾ ਹੈ। ਇਸ ਨੂੰ ਪੜ੍ਹੀਏ ਅਤੇ ਇਸ ਦੇ ਅਰਥਾਂ ਨੂੰ ਸਮਝੀਏ। ਵਿਸਾਖੀ ਦਾ ਮੇਲਾ, ਕਵੀ ਧਨੀ ਰਾਮ ਚਾਤ੍ਰਿਕ। ਇਸ ਦਾ ਪਹਿਲਾ ਪੈਰਾ। ਪੱਕ ਬਈਆਂ ਕਣਕਾਂ ਲੁਕਾਠ ਰਸਿਆ, ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ, ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ, ਬੇਰੀਆਂ ਲਿਫਾਈਆਂ ਟਾਹਣੀਆਂ ਦੇ ਭਾਰ ਨੇ, ਪੁੰਗਰੀਆਂ ਵੱਲਾਂ ਵੇਲਾਂ ਰੁੱਖੀ ਚੜ੍ਹੀਆਂ, ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ, ਸਾਈਂ ਦੀ ਨਿਗਾਹ ਜੱਗ ਤੇ ਸਵੱਲੀਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਬੇਟੇ ਪਹਿਲਾਂ ਪ੍ਰਸੰਗ ਲਿਖਾਂਗੇ। ਇਹ ਕਾਵ ਟੋਟਾ ਸਾਡੀ ਪੰਜਾਬੀ ਦੀ ਪਾਠ ਪੁਸਤਕ ਸਾਹਿਤਮਾਲਾ ਵਿੱਚ ਦਰਜ ਧਨੀ ਰਾਮ ਚਾਤ੍ਰਿਕ ਜੀ ਦੁਆਰਾ ਲਿਖੀ ਕਵਿਤਾ ਵਿਸਾਖੀ ਦਾ ਮੇਲਾ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਨੇ ਵਿਸਾਖੀ ਦੇ ਸੁੰਦਰ ਮਹੀਨੇ ਦੀ ਸੁੰਦਰਤਾ ਦਾ ਨਜ਼ਾਰਾ ਸਾਡੇ ਸਾਹਮਣੇ ਪੇਸ਼ ਕੀਤਾ ਹੈ। ਇਸ ਦੀ ਵਿਆਖਿਆ। ਮੇਲੇ ਦਾ ਜੋ ਸ਼ੌਕੀਨ ਹੈ ਨੌਜਵਾਨ ਪੰਜਾਬ ਦਾ, ਉਹ ਆਪਣੀ ਪ੍ਰੇਮਿਕਾ ਨੂੰ ਭਾਵ ਕਿ ਆਪਣੀ ਪਤਨੀ ਨੂੰ ਮੇਲੇ 'ਤੇ ਚੱਲਣ ਲਈ ਕਹਿ ਰਿਹਾ ਹੈ। ਉਹ ਇਸ ਤਰ੍ਹਾਂ ਕੁਝ ਮੇਲੇ ਦਾ ਜਿਹੜਾ ਹਾਲ ਹੈ ਉਹ ਇਸ ਤਰ੍ਹਾਂ ਬਿਆਨ ਕਰਦਾ ਹੈ ਕਿ ਕਣਕਾਂ ਪੱਕ ਗਈਆਂ ਹਨ, ਲੁਕਾਠ ਰਸ ਗਿਆ ਹੈ, ਅੰਬਾਂ ਨੂੰ ਬੂਰ ਪੈ ਗਿਆ ਹੈ ਅਤੇ ਗੁਲਾਬ ਦੇ ਫੁੱਲ ਵੀ ਹੱਸਣ ਲੱਗੇ ਹੋਏ ਹਨ, ਬਾਗਾਂ ਉੱਤੇ ਬਹਾਰ ਨੇ ਆਪਣਾ ਰੰਗ ਫੇਰ ਦਿੱਤਾ ਹੈ, ਬੇਰੀਆਂ ਦੇ ਉੱਤੇ ਇੰਨਾ ਬੂਰ ਲੱਗ ਗਿਆ ਹੈ ਕਿ ਉਸ ਦੀਆਂ ਟਾਹਣੀਆਂ ਬੂਰ ਦੇ ਭਾਰ ਨਾਲ ਝੁਕ ਗਈਆਂ ਹਨ, ਪੁੰਗਰੀਆਂ ਵੱਲਾਂ ਵੇਲਾਂ ਰੁੱਖੀ ਚੜ੍ਹੀਆਂ, ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ। ਵੇਲਾਂ ਪੁੰਗਰ ਪਈਆਂ ਹਨ ਅਤੇ ਉਹ ਰੁੱਖਾਂ ਦੇ ਉੱਪਰ ਚੜ੍ਹਨ ਲੱਗੀਆਂ ਹਨ। ਫੁੱਲਾਂ ਦੇ ਹੇਠੋਂ ਫਲਾਂ ਨੇ ਲੜੀਆਂ ਪਰੋ ਰਹੀਆਂ ਹਨ, ਭਾਵ ਕਿ ਵੇਲਾਂ ਤੇ ਮਤਲਬ ਕਿ ਫਲਾਂ ਦੇ ਬੂਟਿਆਂ ਨੂੰ ਫਲ ਲੱਗੇ ਹੋਏ ਦਿਖਾਈ ਦੇ ਰਹੇ ਹਨ। ਸਾਈਂ ਦੀ ਨਿਗਾਹ ਜੱਗ ਤੇ ਸਵੱਲੀਏ, ਉਸ ਪਰਮਾਤਮਾ ਦੀ ਇਸ ਸੰਸਾਰ ਦੇ ਉੱਤੇ ਸਵੱਲੀ ਨਿਗਾਹ ਹੋ ਗਈ ਹੈ, ਨਜ਼ਰ ਹੈ ਜਿਹੜੀ ਬਹੁਤ ਸੋਹਣੀ ਹੋ ਗਈ ਹੈ। ਚੱਲ ਨੀ ਪ੍ਰੇਮੀਏ, ਆਪਣੀ ਪਤਨੀ ਨੂੰ ਕਹਿ ਰਹੇ ਹਨ ਕਿ ਚੱਲ ਪ੍ਰੇਮਣੇ ਆਪਾਂ ਵਿਸਾਖੀ ਦਾ ਮੇਲਾ ਵੇਖਣ ਚੱਲੀਏ। ਬੇਟਾ ਬਹੁਤ ਹੀ ਈਜ਼ੀ ਕਵਿਤਾ। ਇਸ ਦਾ ਪ੍ਰਸੰਗ ਸਹਿਤ ਵਿਆਖਿਆ ਪੇਪਰ ਦੇ ਵਿੱਚ ਜ਼ਰੂਰ ਹੀ ਆਉਂਦਾ ਅਤੇ ਕੇਂਦਰੀ ਭਾਵ ਵੀ ਜ਼ਰੂਰ ਹੀ ਆਉਂਦਾ, ਇਸ ਲਈ ਇਹਨੂੰ ਤੁਸੀਂ ਧਿਆਨ ਦੇ ਨਾਲ ਸਮਝਣਾ, ਲਿਖਣਾ ਅਤੇ ਕਰਨਾ। ਦੂਸਰਾ ਪੈਰਾ। ਦੂਰ ਦੂਰ ਥਾਓਂ ਵਣਜਾਰੇ ਆਏ ਨੇ, ਸੋਹਣੇ ਸੋਹਣੇ ਕੁੰਜਾਂ 'ਤੇ ਫੀਤੇ ਲਿਆਏ ਨੇ, ਗਜਰਿਆਂ ਤੇ ਵੰਗਾਂ ਦਾ ਨਾ ਅੰਤ ਕੋਈ ਏ, ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਏ, ਹੱਟੀਆਂ ਹਜ਼ਾਰਾਂ ਹਲਵਾਈਆਂ ਲਾਈਆਂ ਨੇ, ਸੈਂਕੜੇ ਸਗਾਤਾਂ ਨਾਲੇ ਹੋਰ ਆਈਆਂ ਨੇ, ਹੱਟੀ ਹੱਟੀ ਸ਼ੌਂਕੀਆਂ ਦੀ ਭੀੜ ਖਲੀਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਹੁਣ ਬੇਟੇ ਦੂਸਰੇ ਪੈਰੇ ਦੇ ਵਿੱਚ ਉਹ ਵਿਸਾਖੀ ਦੇ ਮੇਲੇ ਵਿੱਚ ਪਹੁੰਚ ਕੇ ਉਹਨਾਂ ਨੇ ਵਿਸਾਖੀ ਦੇ ਮੇਲੇ ਦਾ ਜਿਹੜਾ ਹਾਲ ਹੈ ਉਹ ਬਿਆਨ ਕੀਤਾ ਹੈ ਕਿ ਕਿਸ ਤਰ੍ਹਾਂ ਵਿਸਾਖੀ ਦਾ ਮੇਲਾ ਜਿਹੜਾ ਦੂਰੋਂ ਦਿਖਾਈ ਦੇ ਰਿਹਾ ਹੈ। ਪ੍ਰਸੰਗ। ਇਹ ਕਾਵ ਟੋਟਾ ਸਾਡੀ ਪੰਜਾਬੀ ਦੀ ਪਾਠ ਪੁਸਤਕ ਸਾਹਿਤਮਾਲਾ ਵਿੱਚ ਦਰਜ ਕਵਿਤਾ ਧਨੀ ਰਾਮ ਚਾਤ੍ਰਿਕ ਜੀ ਦੁਆਰਾ ਲਿਖੀ ਹੋਈ ਵਿਸਾਖੀ ਦਾ ਮੇਲਾ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਨੇ ਮੇਲੇ ਵਿੱਚ ਪਹੁੰਚ ਕੇ ਮੇਲੇ ਦੇ ਦ੍ਰਿਸ਼ ਨੂੰ ਬਿਆਨ ਕੀਤਾ ਹੈ। ਹੁਣ ਦੇਖੋ, ਮੇਲੇ ਦਾ ਜਿਹੜਾ ਸ਼ੌਕੀਨ ਗੱਭਰੂ ਹੈ ਉਹ ਜਦੋਂ ਮੇਲੇ ਵਿੱਚ ਪਹੁੰਚਦਾ ਅਤੇ ਦੇਖਦਾ ਕਿ ਉੱਥੇ ਦੂਰ ਦੂਰ ਥਾਂ ਤੋਂ ਵਣਜਾਰੇ ਆਏ ਹੋਏ ਹਨ, ਜਿਨ੍ਹਾਂ ਦੇ ਕੋਲ ਸੋਹਣੀਆਂ ਸੋਹਣੀਆਂ ਕੁੰਜਾਂ ਅਤੇ ਫੀਤੇ, ਭਾਵ ਦੁਪੱਟਿਆਂ 'ਤੇ ਜਿਹੜੀ ਕਿਨਾਰੀ ਲਗਾਈ ਜਾਂਦੀ ਹੈ, ਗੋਟਾ, ਦੁਪੱਟਿਆਂ 'ਤੇ ਲਗਾਉਣ ਲਈ ਗੋਟਾ ਹੈ, ਉਹਨਾਂ ਦੇ ਕੋਲ ਬਹੁਤ ਸਾਰੇ ਗਜਰੇ ਅਤੇ ਵੰਗਾਂ ਹਨ, ਅਤੇ ਮੰਡੀ ਝੂਠੇ ਗਹਿਣਿਆਂ ਦੀ, ਭਾਵ ਕਿ ਉੱਥੇ ਜਿਹੜੀ ਆਰਟੀਫਿਸ਼ੀਅਲ ਜੁਐਲਰੀ ਹੈ ਜਿਹਨੂੰ ਆਪਾਂ ਨਕਲੀ ਗਹਿਣੇ ਕਹਿੰਦੇ ਹਾਂ, ਉਸ ਦੀ ਮੰਡੀ ਹੈ ਜਿਹੜੀ ਉਹ ਲੱਗੀ ਹੋਈ ਹੈ। ਹੱਟੀਆਂ ਹਜ਼ਾਰਾਂ ਹਲਵਾਈਆਂ ਲਾਈਆਂ ਨੇ, ਹਲਵਾਈਆਂ ਨੇ ਥਾਂ ਥਾਂ 'ਤੇ ਪਕੌੜਿਆਂ, ਲੱਡੂ, ਜਲੇਬੀਆਂ ਦੀਆਂ ਹੱਟੀਆਂ ਲਗਾਈਆਂ ਹੋਈਆਂ ਹਨ, ਸੈਂਕੜੇ ਸੌਗਾਤਾਂ ਨਾਲੇ ਹੋਰ ਆਈਆਂ ਨੇ, ਅਤੇ ਬਹੁਤ ਕੁਝ ਹੋਰ ਵੀ ਮੇਲੇ ਦੇ ਵਿੱਚ ਜਿਹੜਾ ਮਿਲ ਰਿਹਾ ਹੈ। ਹੱਟੀ ਹੱਟੀ ਸ਼ੌਂਕੀਆਂ ਦੀ ਭੀੜ ਖਲੀਏ। ਮੇਲੇ ਦੇ ਵਿੱਚ ਕੀ ਹੈ, ਦ੍ਰਿਸ਼ ਬਿਆਨ ਕੀਤਾ ਧਨੀ ਰਾਮ ਚਾਤ੍ਰਿਕ ਜੀ ਨੇ ਕਿ ਹਰ ਇੱਕ ਹੱਟੀ ਦੇ ਉੱਪਰ ਬਹੁਤ ਸਾਰੀ ਭੀੜ ਹੈ, ਚੱਲ ਨੀ ਪ੍ਰੇਮਣੇ ਆਪਾਂ ਵੀ ਵਿਸਾਖੀ ਦਾ ਮੇਲਾ ਵੇਖਣ ਚੱਲੀਏ। ਤੀਸਰਾ ਪੈਰਾ। ਥਾਈਂ ਥਾਈਂ ਖੇਡਾਂ 'ਤੇ ਪੰਘੂੜੇ ਆਏ ਨੇ, ਜੋਗੀਆਂ ਮਦਾਰੀਆਂ ਤਮਾਸ਼ੇ ਲਾਏ ਨੇ, ਵੰਜਲੀ ਲੰਗੋਜਾ ਕਾਂਟੋ ਤੂੰਬਾ ਵੱਜਦੇ, ਛਿੰਝ ਵਿੱਚ ਸੂਰੇ ਪਹਿਲਵਾਨ ਗੱਜਦੇ, ਇਕੱਠਾ ਹੋ ਕੇ ਆਇਆ ਰੌਲਾ ਸਾਰੇ ਜੱਗ ਦਾ, ਭੀੜ ਵਿੱਚ ਮੋਢੇ ਨਾਲ ਮੋਢਾ ਵੱਜਦਾ। ਇਸ ਤੋਂ ਬਾਅਦ
ਕੋਹਾਂ ਵਿੱਚ ਮੇਲੇ ਨੇ ਜ਼ਮੀਨ ਮੱਲੀਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਬੇਟੇ ਆਖਰੀ ਪੈਰੇ ਦੇ ਵਿੱਚ ਫਿਰ ਆਪਾਂ ਉਸੇ ਤਰ੍ਹਾਂ ਹੀ ਪ੍ਰਸੰਗ ਲਿਖਣਾ ਹੈ ਕਿ ਕਵਿਤਾ ਸਾਹਿਤਮਾਲਾ ਪੁਸਤਕ ਵਿੱਚ ਧਨੀ ਰਾਮ ਚਾਤ੍ਰਿਕ ਜੀ ਦੁਆਰਾ ਲਿਖੀ ਵਿਸਾਖੀ ਦਾ ਮੇਲਾ ਵਿੱਚੋਂ ਲਿਆ ਗਿਆ ਹੈ। ਕਵੀ ਨੇ ਇਸ ਦੇ ਵਿੱਚ ਵਿਸਾਖੀ ਦੇ ਮੇਲੇ ਦਾ ਦ੍ਰਿਸ਼ ਬਹੁਤ ਹੀ ਸੋਹਣੇ ਢੰਗ ਦੇ ਨਾਲ ਬਿਆਨ ਕੀਤਾ ਹੈ। ਕਵੀ ਨੇ ਦੱਸਿਆ ਹੈ ਕਿ ਉਹ ਆਪਣੀ ਪ੍ਰੇਮਿਕਾ ਨੂੰ ਦੱਸ ਰਹੇ ਹਨ, ਆਪਣੀ ਪਤਨੀ ਨੂੰ ਦੱਸ ਰਹੇ ਹਨ ਕਿ ਮੇਲੇ ਵਿੱਚ ਥਾਂ-ਥਾਂ 'ਤੇ ਪੰਘੂੜੇ ਲੱਗੇ ਹੋਏ ਹਨ ਅਤੇ ਕਈ ਪ੍ਰਕਾਰ ਦੀਆਂ ਖੇਡਾਂ ਜਿਹੜੀਆਂ ਉਹ ਖੇਡੀਆਂ ਜਾ ਰਹੀਆਂ ਹਨ। ਜੋਗੀਆਂ, ਸੱਪਾਂ ਤੇ ਮਦਾਰੀਆਂ ਤੇ ਬਾਂਦਰਾਂ ਦੇ ਤਮਾਸ਼ੇ ਥਾਂ-ਥਾਂ 'ਤੇ ਚੱਲ ਰਹੇ ਹਨ। ਵੰਜਲੀ, ਲੰਗੋਜਾ, ਕਾਂਟੋ ਤੂੰਬਾ ਸਾਰੇ ਹੀ ਪੰਜਾਬੀ ਸਾਜ਼ ਹਨ। ਸਾਰੇ ਆਪੋ ਆਪਣੀ ਥਾਂ 'ਤੇ ਜਿਹੜੇ ਨੌਜਵਾਨ ਹਨ ਉਹ ਵਜਾ ਰਹੇ ਹਨ। ਛਿੰਝ ਵਿੱਚ ਭਾਵ ਜਿਹੜਾ ਕਿ ਲੜਾਈ ਦਾ ਮੈਦਾਨ ਹੈ, ਉੱਥੇ ਪਹਿਲਵਾਨ ਆ ਜਿਹੜੇ ਉਹ ਗੱਜ ਰਹੇ ਹਨ। ਇਕੱਠਾ ਹੋ ਕੇ ਆਇਆ ਰੌਲਾ ਸਾਰੇ ਜੱਗ ਦਾ, ਭੀੜ ਭੜੱਕਾ ਹੈ, ਉੱਥੇ ਬਹੁਤ ਸਾਰਾ ਰੌਲਾ ਪੈ ਰਿਹਾ ਹੈ, ਮੋਢੇ ਦੇ ਨਾਲ ਮੋਢਾ ਵੱਜ ਰਿਹਾ ਹੈ। ਕੋਹਾਂ ਵਿੱਚ ਮੇਲੇ ਨੇ ਜ਼ਮੀਨ ਮੱਲੀਏ, ਕੋਹਾਂ ਵਿੱਚ ਭਾਵ ਕਿ ਕੋਹਾਂ ਦੇ ਵਿੱਚ ਇਹ ਮੇਲਾ ਜਿਹੜਾ ਉਹ ਫੈਲਿਆ ਹੋਇਆ, ਬਹੁਤ ਸਾਰੀ ਜਗ੍ਹਾ ਦੇ ਵਿੱਚ ਫੈਲਿਆ ਹੋਇਆ। ਚੱਲ ਆਪਾਂ ਵੀ ਦੋਵੇਂ ਮੇਲਾ ਵੇਖਣ ਚੱਲੀਏ। ਇਹ ਬੇਟੇ ਤੁਹਾਡੀ ਕਵਿਤਾ ਸੀਗੀ। ਹੁਣ ਇਸ ਦੇ ਪ੍ਰਸੰਗ ਸਹਿਤ ਵਿਆਖਿਆ ਤੁਸੀਂ ਲਿਖਣਾ ਹੈ ਖੁਦ, ਅਤੇ ਇਸ ਦਾ ਕੇਂਦਰੀ ਭਾਵ ਵੀ ਤੁਸੀਂ ਲਿਖਣ ਦੀ ਕੋਸ਼ਿਸ਼ ਕਰਨਾ, ਨਹੀਂ ਤਾਂ ਮੈਂ ਤੁਹਾਨੂੰ ਜਿਹੜਾ ਲਿਖਤੀ ਨੋਟਸ ਆ ਤੁਹਾਨੂੰ ਇਸ ਦਾ ਮਿਲ ਜਾਏਗਾ। ਧੰਨਵਾਦ।